ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਹੁਰ ਗਵਨ ਕੀ ਕਰ ਅਭਿਲਾਖਾ, ਮੋਜ ਪੁਨ ਮਰਦਾਨੇ ਸੋ ਭਾਖਾ। ਬਹੁਰ ਗਵਨ ਕੀ ਕਰ ਅਭਿਲਾਖਾ, ਮੋਜ ਪੁਨ ਮਰਦਾਨੇ ਸੋ ਭਾਖਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਬੰਦਨਾ ਕੋ ਲੇਤੀ ਬੰਦਤਾ ਕੋ ਦੇਤ ਜਨ, ਪ੍ਰੀਤ ਲੇਤ ਦੇਤ ਹੈ ਪ੍ਰਤੀਤ ਸੁਖ ਸੇਤ ਹੈ। ਭਾਉ ਔਰ ਲੇਤੀ ਵੱਡੋ ਪਰ ਭਾਉ ਦੇਤ ਆਪ, ਨਿਰਗੁਣ ਪਦ ਦੇਤ ਗੁਣ ਦੇਖ ਲੇਤ ਹੈ। ਥੋੜੀ ਜਿਹੀ ਭੇਟ ਲੇਤ ਜਮ ਕੀ ਭੇਟ ਦੇਤ, ਸਤਿਗੁਰ ਨਾਨਕ ਜੀ ਕਰ ਨਾਨਕਿਤ ਹੈ। ਹੰਤਾ ਲੇਤ ਦਾਸਨ ਕੀ ਅਹੰ ਬ੍ਰਹਮ ਦੇਤ ਔਰ, ਮਾਨ ਲੇਤ ਚਰਨ ਮੈਂ ਮੁਕਤ ਕੋ ਦੇਤ ਹੈ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਤਿਗੁਰਾਂ ਦੀ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਛਲ ਪਤਤ ਪਾਵਨ ਦੀਨਾਵੰਦੋ ਤੰਨੇ, ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਦੋਂ ਇੱਕ ਦਿਨ ਸਤਿਗੁਰੂ ਜੀ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਨੇ ਆਪਣੇ ਪਿਤਰਾਂ ਦੇ ਸੰਬੰਧ ਦੇ ਵਿੱਚ ਸ਼ਰਾਧ ਕਰਵਾਉਣੇ ਸ਼ੁਰੂ ਕਰਤੇ। ਸੁਨੇਹਾ ਭੇਜ ਕੇ ਬ੍ਰਾਹਮਣ ਨੂੰ ਆਪਣੇ ਘਰ ਦੇ ਵਿੱਚ ਬੁਲਾ ਲਿਆ। ਜੋ ਵੀ ਸਮੱਗਰੀ ਸਮਾਨ ਦੀ ਜ਼ਰੂਰਤ ਸੀ ਉਹ ਵੀ ਲਿਆ ਕਰਕੇ ਧਰਤੀ ਦੇ ਉੱਪਰ ਟਿਕਾ ਦਿੱਤਾ ਹੈ। ਜਿੱਥੇ ਜਿੱਥੇ ਬਾਬਾ ਕਲਿਆਣ ਚੰਦ ਜੀ ਨੇ ਪਹਿਲਾਂ ਹੀ ਨਿਮੰਤਰਣ ਸੁਨੇਹੇ ਚਾਰੇ ਵਰਨਾਂ ਦੇ ਲੋਕ, ਸਾਧੂ ਫਕੀਰਾਂ ਦੇ ਡੇਰਿਆਂ ਦੇ ਵਿੱਚ ਭੇਜੇ ਹੋਏ ਸੀ। ਨਿਯਤ ਦਿਨ ਜਾਣ ਕਰਕੇ ਉਹ ਵੀ ਬਾਬਾ ਕਲਿਆਣ ਚੰਦ ਜੀ ਦੇ ਘਰ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਅਚਾਨਕ ਹੀ ਗੁਰੂ ਬਾਬਾ ਜੀ ਚਲੇ ਗਏ ਆਪਣੇ ਪਿਤਾ ਜੀ ਵੱਲ, ਜਿੱਧਰ ਸ਼ਰਾਧ ਕਰਵਾਉਣ ਵਾਸਤੇ ਆਪ ਤਿਆਰੀ ਕਰਵਾ ਰਹੇ ਸੀ। ਪੁੱਛਿਆ, ਪਿਤਾ ਜੀ ਆ ਤੁਸੀਂ ਕਿਹੜੇ ਕੰਮ ਦੇ ਵਿੱਚ ਪਰਚੇ ਹੋਏ ਹੋ? ਸੁਣ ਕਰਕੇ ਬਾਬਾ ਕਲਿਆਣ ਚੰਦ ਜੀ ਕਹਿ ਲੱਗੇ, ਪੁੱਤਰ ਵੀ ਅੱਜ ਦੇ ਦਿਨ ਆਪਾਂ ਬੜੇ ਲੰਮੇ ਸਮੇਂ ਤੋਂ ਇਹ ਮਰਜ਼ਾਦਾ ਆਪਣੀ ਬੇਦੀਵਾਨ ਦੇ ਵਿੱਚ ਚਲੀ ਆਉਂਦੀ ਹੈ। ਪਿਤਰਾਂ ਦੇ ਸੰਬੰਧ ਦੇ ਵਿੱਚ ਮੈਂ ਸ਼ਰਾਧ ਕਰਵਾਉਣੇ ਹਨ। ਸੁਣ ਕਰਕੇ ਸਤਿਗੁਰੂ ਜੀ ਕਹਿਣ ਲੱਗੇ
ਪਿਤਾ ਜੀ ਤੁਹਾਡੇ ਜਿਹੜੇ ਪਿੱਤਰ ਨਾ ਇਹੋ ਜਿਹੀ ਜਗ੍ਹਾ 'ਤੇ ਪਹੁੰਚ ਗਏ, ਉਹਨਾਂ ਨੂੰ ਦੁਬਾਰਾ ਕਦੇ ਵੀ ਨਾ ਭੁੱਖ ਨਾ ਪਿਆਸ ਦੀ ਲੋੜ ਨਹੀਂ ਰਹੀ। ਉਹ ਤਾਂ ਸਦਾ ਲਈ ਤ੍ਰਿਪਤ ਹੋ ਗਏ ਨਾ। ਸ਼ਰਾਧ ਤਾਂ ਉਹਨਾਂ ਨੂੰ ਕਰਨ ਦੀ ਲੋੜ ਹੈ ਜਿਨ੍ਹਾਂ ਦੇ ਪਿੱਤਰ ਵਿਚਾਰੇ ਭੁੱਖੇ ਤੇ ਆਏ ਮਰ ਰਹੇ ਹਨ। ਪਰ ਉਸ ਸਮੇਂ ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ, ਬੇਟਾ ਵੀ ਜਿਤਨਾ ਚਿਰ ਮੈਂ ਇਸ ਹਕੀਕਤ ਨੂੰ ਆਪਣੀਆਂ ਅੱਖਾਂ ਦੇ ਨਾਲ ਨਹੀਂ ਦੇਖ ਲੈਂਦਾ, ਉਤਨਾ ਬਾਤ ਮੇਰੇ ਹਿਰਦੇ ਦੇ ਅੰਦਰ ਯਕੀਨ ਭਰੋਸਾ ਪੈਦਾ ਕਿਵੇਂ ਹੋ ਵੀ ਸਾਡੇ ਜਿਹੜੇ ਪਿੱਤਰ ਤਾਂ ਇਹੋ ਜਿਹੀ ਜਗ੍ਹਾ 'ਤੇ ਪਹੁੰਚ ਗਏ, ਨਾ ਉੱਥੇ ਪਿਆਸ ਨਾ ਕਦੇ ਕਿਸੇ ਨੂੰ ਭੁੱਖ ਤੰਗ ਕਰਦੀ ਹੈ। ਉਸੇ ਵਕਤ ਸਤਿਗੁਰੂ ਜੀ ਕਹਿਣ ਲੱਗੇ, ਚੰਗਾ ਪਿਤਾ ਜੀ ਇਉਂ ਕਰੋ, ਫਿਰ ਆਪਣੀਆਂ ਅੱਖਾਂ ਬੰਦ ਕਰ ਲਓ, ਤੁਹਾਨੂੰ ਹੁਣੇ ਹੀ ਆਪਣੇ ਸਾਰੇ ਪਿੱਤਰ ਦਿਖਾ ਦਿੰਦੇ ਆ। ਜਿਉਂ ਹੀ ਬਾਬਾ ਕਲਿਆਣ ਚੰਦ ਜੀ ਨੇ ਆਪਣੇ ਨੇਤਰ ਕੀਤੇ ਬੰਦ, ਸੁਰਤੀ ਬੈਕੁੰਠ ਧਾਮ ਦੇ ਵਿੱਚ ਪਹੁੰਚ ਗਈ। ਉਸੇ ਵਕਤ ਦੇਖਣ ਸਾਰ ਬਾਬਾ ਕਲਿਆਣ ਚੰਦ ਜੀ ਨੂੰ ਇਹਨਾਂ ਦੇ ਪਿੱਤਰਾਂ ਨੇ ਬੜਾ ਮਾਣ ਸਤਿਕਾਰ ਕੀਤਾ, ਵਾਰ-ਵਾਰ ਮੱਥਾ ਟੇਕਣ ਲੱਗ ਪਏ। ਬਾਬਾ ਕਲਿਆਣ ਚੰਦ ਜੀ ਨੂੰ ਦੇਖਣ ਦੇ ਨਾਲ ਹੀ ਪੁੱਛਣ ਲੱਗੇ ਵੀ ਤੁਸੀਂ ਇਸ ਥਾਂ ਦੇ ਕਦੋਂ ਦੇ ਪਹੁੰਚੇ ਹੋਏ ਹੋ? ਉਹ ਕਹਿਣ ਲੱਗੇ, ਬਾਬਾ ਕਲਿਆਣ ਚੰਦ ਤੇਰੀ ਤਾਂ ਕਮਾਈ ਹੀ ਧਨਤਾ ਦੇ ਯੋਗ ਬਣ ਗਈ, ਪਤਾ ਨਹੀਂ ਕੋਈ ਇਹੋ ਜਿਹੀ ਘੋਰ ਤਪੱਸਿਆ ਦਾ ਫਲ ਜੋ ਤੇਰੇ ਘਰ ਦੇ ਵਿੱਚ ਪਰਮਾਤਮਾ ਨੇ ਇੱਕ ਪੰਜਾਂ ਤੱਤਾਂ ਦੇ ਸਰੂਪ ਦੇ ਵਿੱਚ ਅਵਤਾਰ ਧਾਰਨ ਕੀਤਾ। ਆ ਤੇਰੀ ਕਮਾਈ ਦਾ ਸਦਕਾ ਦੇ ਲਾ, ਅਸੀਂ ਵੀ ਬੈਕੁੰਠਾਂ ਦੇ ਵਿੱਚ ਆ ਕਰਕੇ ਬੜਾ ਆਨੰਦ ਮਾਣਨ ਲੱਗੇ ਹੋਏ ਆ। ਜਦੋਂ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੁਹਾਡੇ ਘਰ ਦੇ ਵਿੱਚ ਅਵਤਾਰ ਧਾਰਨ ਕੀਤਾ ਹੈ, ਸੁਣ ਕਰਕੇ ਬਾਬਾ ਕਲਿਆਣ ਚੰਦ ਜੀ ਹੈਰਾਨ ਹੋ ਗਏ। ਹੁਣ ਉੱਥੋਂ ਵਾਪਸ ਆਉਣ ਨੂੰ ਮਨ ਨਹੀਂ ਕਰਦਾ, ਸੋਚਦੇ ਨੇ ਵੀ ਇੱਥੇ ਬੜੇ ਆਨੰਦਾਂ ਬੜੇ ਸੁੱਖਾਂ ਦੇ ਨਾਲ ਰਹਿੰਦੀ ਜ਼ਿੰਦਗੀ ਬਤੀਤ ਕਰ ਲੈਂਦੇ ਆ। ਮਾਤਲੋ ਦੇ ਵਿੱਚ ਤਾਂ ਉੱਥੇ ਖੁਸ਼ੀਆਂ ਗਮੀਆਂ ਹਰ ਇੱਕ ਸ਼ੌਕ ਸਦਾ ਵਾਸਤੇ ਛਿੜੇ ਹੀ ਰਹਿੰਦੇ ਹਨ। ਪਰ ਉਸ ਸਮੇਂ ਸਤਿਗੁਰੂ ਜੀ ਨੇ ਆਪਣੇ ਪਿਤਾ ਜੀ ਦਾ ਜਿਹੜਾ ਹੱਥ ਦੇ ਵਿੱਚ ਹੱਥ ਲੈ ਕਰਕੇ ਮਾੜਾ ਜਿਹਾ ਦਬਾਇਆ, ਨਾਲ ਦੀ ਨਾਲ ਮਾਤਲੋ ਦੀ ਧਰਤੀ ਦੇ ਉੱਪਰ ਪਹੁੰਚ ਗਏ ਸਨ। ਪਤਾ ਲੱਗਿਆ ਵੀ ਮੈਂ ਹੁਣ ਤੱਕ ਤਾਂ ਇਹਨਾਂ ਨੂੰ ਆਪਣੇ ਚਿੱਤ ਦੇ ਵਿੱਚ ਇੱਕ ਦੁਨਿਆਵੀ ਪੁੱਤਰ ਹੀ ਸਮਝੀ ਬੈਠਾ ਸੀ, ਪਰ ਹੁਣ ਜਦੋਂ ਕਿਰਪਾ ਕਰਤੀ ਮਾਇਆ ਦਾ ਪਰਦਾ ਲਾਤਾ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਪਿਤਾ ਦੇ ਮਨ ਦੇ ਉੱਪਰੋਂ ਦੇ ਲਿਆ ਵੀ ਤਾਂ ਆਪ ਹੀ ਖੁਦ ਨਿਰੰਕਾਰ ਦਾ ਸਰੂਪ ਹਨ। ਦੋਵੇਂ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਪੁੱਤਰ ਜੀ ਮੈਨੂੰ ਵੀ ਉੱਥੇ ਹੀ ਭੇਜ ਦਿਓ ਜਿੱਥੇ ਆਪਣੇ ਪਿੱਤਰ ਬਸਣ ਲੱਗ ਪਏ ਹਨ। ਗੁਰੂ ਬਾਬਾ ਜੀ ਕਹਿਣ ਲੱਗੇ, ਪਿਤਾ ਜੀ ਕੋਈ ਗੱਲ ਨਹੀਂ, ਥੋੜ੍ਹੇ ਦਿਨ ਤੁਹਾਡੇ ਆ ਦੁਨੀਆ ਦੇ ਵਿੱਚ ਜਿਉਣ ਦੇ ਰਹਿ ਗਏ, ਫਿਰ ਆਪਣਾ ਪੰਜ ਭੌਤਿਕ ਸਰੀਰ ਤਿਆਗ ਕਰਕੇ ਤੁਸੀਂ ਵੀ ਉਸ ਨਿਰੰਕਾਰ ਦੀ ਦਰਗਾਹ ਦੇ ਵਿੱਚ ਐਸਾ ਆਨੰਦ, ਇਹੋ ਜਿਹੀ ਮਸਤੀ ਸਦਾ ਵਾਸਤੇ ਪ੍ਰਾਪਤ ਕਰ ਲੈਣੀ ਹੈ। ਬਾਬਾ ਕਲਿਆਣ ਚੰਦ ਜੀ ਨੇ 15 ਮਾਰਚ 1519
ਇਸ ਵੀ ਸੰਨ ਨੂੰ ਆਪਣਾ ਪੰਜ ਪੌਤਕ ਬੜੇ ਸੌਖੇ ਢੰਗ ਦੇ ਨਾਲ ਛੱਡ ਕਰਕੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਪਹੁੰਚ ਗਏ। 3 ਕੁ ਦਿਨਾਂ ਤੋਂ ਬਾਅਦ ਮਾਤਾ ਤ੍ਰਿਪਤਾ ਜੀ ਉਹਨਾਂ ਨੇ ਵੀ ਆਪਣਾ ਜਿਹੜਾ ਇਹ ਪੰਜ ਪੌਤਕ ਸਰੀਰ ਤਿਆਗ ਦਿੱਤਾ ਹੈ। ਕਾਫੀ ਰੋਜ਼ ਮਹਾਰਾਜ ਨੇ ਰਾਏ ਪੁੰਜ ਦੀ ਤਲਵੰਡੀ ਦੇ ਵਿੱਚ ਰਹਿ ਕਰਕੇ ਵੀ ਬਤੀਤ ਕੀਤੇ। ਜਿਹੜਾ ਵੀ ਕੋਈ ਹੋ ਜਿਹਾ ਸ਼ਰਧਾਲੂ ਪ੍ਰੇਮੀ ਘਰ ਦੇ ਵਿੱਚ ਚੱਲ ਕਰਕੇ ਆ ਜਾਂਦਾ ਹੈ, ਉਹਨੂੰ ਵੀ ਗੁਰੂ ਬਾਬਾ ਜੀ ਨੇ ਪਰਮਾਤਮਾ ਦੇ ਨਾਮ ਔਰ ਬੰਦਗੀ ਦੇ ਨਾਲ ਜੋੜਿਆ ਸੀ। ਕਈਆਂ ਨੂੰ ਤਾਂ ਬਚਨ ਸੁਣ ਕਰਕੇ ਹੀ ਗਿਆਨ ਦੀ ਦਾਤ ਪ੍ਰਾਪਤ ਹੋ ਗਈ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਅਕਾਲ ਪੁਰਖ ਵਾਹਿਗੁਰੂ ਰੂਪੀ ਸ਼ਾਹੂਕਾਰ ਨੇ ਆ ਇੱਕ ਸਵਾਸਾ ਰੂਪੀ ਪੂੰਜੀ ਦੇ ਕਰਕੇ ਇਸ ਪ੍ਰਾਣੀ ਨੂੰ ਮਾਤ ਲੋਕ ਰੂਪੀ ਵਿਦੇਸ਼ਾਂ ਦੇ ਵਿੱਚ ਭੇਜਿਆ। ਜਿਹੜਾ ਨੌਕਰ ਚਾਕਰ ਬੜਾ ਪ੍ਰੋਫਿਟ ਖੱਟ ਕਰਕੇ ਜਾਵੇ ਆਪਣੇ ਮਾਲਕ ਦੇ ਪਾਸ, ਉਹਦੇ ਉੱਪਰ ਹੋ ਜਾਣੀ ਹੈ ਖੁਸ਼ੀ। ਇਸੇ ਤਰ੍ਹਾਂ ਜਿਨ੍ਹਾਂ ਨੇ ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਜਿਨ੍ਹਾਂ ਨੇ ਨਾਮ ਦਾ ਬਣ ਜਾ ਕਰਕੇ ਕੀਤਾ, ਉਹਨਾਂ ਨੇ ਤਾਂ ਆਪਣਾ ਲੋਕ ਔਰ ਪਰਲੋਕ ਹੀ ਬੜਾ ਸ਼ਾਨਦਾਰ ਬਣਾ ਲਿਆ ਸੀ। ਗੁਰੂ ਬਾਬਾ ਜੀ ਨੇ ਰਾਏ ਪੁੰਜ ਦੀ ਤਲਵੰਡੀ ਦੇ ਵਿੱਚ ਰਹਿਣ ਵਾਲੇ ਬੜੇ ਪ੍ਰਾਣੀਆਂ ਦਾ ਵੀ ਉਧਾਰ ਕੀਤਾ। ਜਦੋਂ ਚੜ੍ਹ ਜਾਂਦਾ ਸੀ ਸੂਰਜ, ਉਸੇ ਵਕਤ ਗੁਰੂ ਬਾਬਾ ਜੀ ਨੇ ਰੋਈਆਂ ਬੀਆਬਾਨਾਂ 'ਚ ਜਾ ਕੇ ਸਮਾਧੀ ਲਗਾ ਲੈਣੀ। ਜਦੋਂ ਦੇਖਿਆ ਵੀ ਉਹਨੂੰ ਥੋੜ੍ਹਾ ਜਿਹਾ ਅੰਧੇਰਾ ਹੋਣ ਲੱਗ ਪਿਆ, ਵਾਪਸ ਆਪਣੇ ਘਰ ਦੇ ਵਿੱਚ ਆ ਜਾਂਦੇ ਸਨ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਾਹਰ ਗਵਨ ਕੀ ਕਰ ਅਬਿਲਾਖਾ। ਕਾਫੀ ਟਾਈਮ ਤੋਂ ਬਾਅਦ ਗੁਰੂ ਬਾਬਾ ਜੀ ਨੇ ਇੱਥੋਂ ਜਾਣ ਵਾਸਤੇ ਮਨ ਦੇ ਵਿੱਚ ਤਿਆਰੀ ਕਰ ਲਈ ਹੈ। ਮੁਝ ਪੁਨ ਮਰਦਾਨੇ ਸੋ ਭਾਖਾ। ਭਾਈ ਬਾਲਾ ਜੀ ਇਹ ਸਾਰੀ ਕਥਾ ਖੰਡੂਰ ਸਾਹਿਬ ਦੀ ਪਾਵਨ ਧਰਤੀ ਤੇ ਸੁਣਾਉਂਦੇ ਹੋਇਆ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਸ ਬੇਨਤੀ ਕਰਦੇ ਨੇ, ਗਰੀਬ ਨਿਵਾਸ ਸੱਚੇ ਪਾਤਸ਼ਾਹ ਤੇ ਮੈਨੂੰ ਤੇ ਭਾਈ ਮਰਦਾਨਾ ਜੀ ਨੂੰ ਬੁਲਾ ਕਰਕੇ ਮਹਾਰਾਜ ਨੇ ਬਚਨ ਕੀਤੇ ਸੀ, ਚਲੋ ਅਬੈ ਤਿਰਥਨ ਕੋ ਦੇਖੈ। ਚਲੋ ਭਾਈ ਹੁਣ ਤੁਹਾਨੂੰ ਹਿੰਦੁਸਤਾਨ ਦੇ ਜਿਹੜੇ ਬਹੁਤ ਵੱਡੇ ਵੱਡੇ ਤੀਰਥ ਨੇ ਨਾ, ਉਹਨਾਂ ਦੀ ਯਾਤਰਾ ਕਰਵਾਉਣੇ ਆ। ਜਹ ਮਾਨਵ ਹਵੈ ਜਾਤ ਵਿਸੇਖੈ। ਜਿਸ ਥਾਂ ਤੇ ਕੋਈ ਹੋ ਜਿਹਾ ਪੁਰਬ ਜਿਵੇਂ ਹੁੰਦਾ 12 ਸਾਲਾਂ ਤੋਂ ਬਾਅਦ ਕੁੰਭ ਦਾ ਮੇਲਾ, ਉਸ ਟਾਈਮ ਤੇ ਹਰਿਦੁਆਰ ਹੈ, ਨਾਸਿਕ ਹੈ, ਪ੍ਰਯਾਗ ਰਾਗ ਹੈ, ਜੋ 4 ਥਾਵਾਂ ਤੇ ਵੱਡੇ ਵੱਡੇ 12 ਸਾਲਾਂ ਤੋਂ ਬਾਅਦ ਕੁੰਭ ਭਰਿਆ ਕਰਦੇ ਹਨ। ਉੱਥੇ ਦਾ ਫਿਰ ਜਿਵੇਂ ਕਹਿ ਦਈਏ ਵੀ ਪੈਰ ਧਰਨ ਨੂੰ ਜਗ੍ਹਾ ਨਹੀਂ ਰਹਿੰਦੀ,
ਪਰਾਗ ਰਾਗ ਇਹ 12 ਸਾਲਾਂ ਤੋਂ ਬਾਅਦ ਤਕਰੀਬਨ ਮਾਘ ਦੇ ਮਹੀਨੇ ਦੇ ਵਿੱਚ ਹੀ ਆਇਆ ਕਰਦਾ ਹੈ। ਮਾਘ ਮੱਜਣ ਸੰਗ ਸਾਧੂਆਂ ਥੋੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੋ ਕਰ ਦਾਨ, ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨ ਮੋਹੀਐ, ਬਿਨਸੈ ਲੋਭ ਸਵਾਨ। ਜਦੋਂ ਵੀ ਵੱਡੇ ਵੱਡੇ ਮੇਲੇ ਇਹਨਾਂ ਤੀਰਥਾਂ ਦੇ ਉੱਪਰ ਭਰਦੇ ਹਨ, ਉਸ ਟਾਈਮ 'ਤੇ ਹਿੰਦੁਸਤਾਨ ਦੇ ਕੋਨੇ ਕੋਨੇ 'ਚੋਂ ਬੜੇ ਲੋਕ ਇਹਨਾਂ ਤੀਰਥਾਂ ਦੇ ਉੱਪਰ ਇਸ਼ਨਾਨ ਕਰਨ ਵਾਸਤੇ ਆਉਂਦੇ ਹਨ। ਨਾਰਜ ਪਾਨ ਮੇਲ ਕਹੈ ਲਾਲੂ। ਉਸ ਸਮੇਂ ਬਾਬਾ ਲਾਲੂ ਜੀ ਜੋ ਸਤਿਗੁਰੂ ਜੀ ਦੇ ਚਾਚਿਆਂ ਦੇ ਥਾਂ 'ਤੇ ਲੱਗਦੇ ਨੇ, ਪਤਾ ਲੱਗਿਆ ਵੀ ਹੁਣ ਸਤਿਗੁਰੂ ਜੀ ਨੇ ਤਾਂ ਇੱਥੋਂ ਆਪਣੇ ਡੇਰੇ ਅੱਗੇ ਨੂੰ ਕੂਚ ਕਰ ਦੇਣੇ ਹਨ। ਤਾਤ ਚੱਲੇ ਹਮਰੋ ਕਹਿ ਹਾਲੂ। ਕਹਿ ਲਗੇ ਪੁੱਤਰ ਸਾਨੂੰ ਕੱਲਿਆਂ ਨੂੰ ਛੱਡ ਕੇ ਤੁਸੀਂ ਤਾਂ ਹੁਣ ਤੀਰਥਾਂ ਦੀ ਯਾਤਰਾ ਕਰਨ ਵਾਸਤੇ ਮਨ ਬਣਾ ਲਿਆ ਹੈ। ਆਪ ਤੋਂ ਬਗੈਰ ਸਾਡੇ ਵਰਗੇ ਬਜ਼ੁਰਗਾਂ ਦਾ ਕੀ ਹਾਲ ਹੋਊ। ਇੱਥੇ ਸਾਨੂੰ ਤਾਂ ਕਿਸੇ ਨੇ ਸੰਭਾਲਣਾ ਵੀ ਨਹੀਂ ਹੈ। ਝੂਠੋ ਜਗਤ ਸਾਚ ਧਰ ਆਪੂ। ਗੁਰੂ ਬਾਬਾ ਜੀ ਕਹਿਣ ਲੱਗੇ ਵੀ ਜਿਹੜੇ ਰੱਬ ਦੇ ਪਿਆਰੇ ਇਸ ਸੰਸਾਰ ਨੂੰ ਪਹਿਲਾਂ ਹੀ ਮਨ ਦੇ ਵਿੱਚ ਕਲਪਤ ਮੈਨੀ ਬੈਠੇ ਹਨ। ਸਿਮਰ ਨਾਮ ਨਹਿ ਸੋਗ ਕਦਾਪੂ। ਸਤਿਗੁਰੂ ਜੀ ਕਹਿਣ ਲੱਗੇ ਉਹਨਾਂ ਦੇ ਮਨ ਦੇ ਵਿੱਚ ਨਾ ਕਦੇ ਖੁਸ਼ੀ ਨਾ ਗਮੀ ਪੈਦਾ ਹੋਣੀ ਨਹੀਂ। ਜਿਨ੍ਹਾਂ ਨੇ ਪਹਿਲਾਂ ਹੀ ਇਸ ਸੰਸਾਰ ਨੂੰ ਤਿੰਨੇ ਕਾਲਾਂ 'ਚ ਮਨ ਦੇ ਵਿੱਚ ਭਾਵ ਜਾਣਿਆ ਹੋਇਆ ਹੈ। ਦੋਹਰਾ ਜਾਫਲ ਸਤਿਗੁਰ ਬਚਨ ਕਰ। ਸਤਿਗੁਰੂ ਜੀ ਕਹਿਣ ਲੱਗੇ ਚਾਚਾ ਵੀ ਜਿਹੜੇ ਨੇ ਗੁਰੂ ਪੀਰਾਂ ਦੇ ਬਚਨੇ ਨੇ, ਜੈ ਫਲ ਇੱਕ ਤਰ੍ਹਾਂ ਦੀ ਦਵਾਈ, ਕਈਆਂ ਨੂੰ ਆ ਸੰਨਪਾਤ ਬੇਹੋਸ਼ੀ ਦੀ ਬਿਮਾਰੀ ਜਾਂ ਸੰਨਪਾਤ ਉਹਨੂੰ ਵੀ ਕਹਿ ਦਿੰਦੇ ਨੇ। ਤਿੰਨੇ ਤਾਪ ਇੱਕ ਤਰ੍ਹਾਂ ਦੇ ਇਕੱਠੇ ਹੋ ਜਾਣ, ਆ ਬਾਤ ਹੈ ਪਿੱਤ ਹੈ ਕਫ, ਜੇ ਕਿਤੇ ਇੱਕੋ ਸਮਾਨ ਹੋ ਜਾਣ, ਇਹ ਕਹਿੰਦੇ ਸਰੀਰ ਦੇ ਜਿਹੜੇ ਸਾਰੇ ਹੱਡ ਜੁੜ ਜਾਂਦੇ ਹਨ। ਇਹਦਾ ਇਲਾਜ ਕੀ ਹੈ? ਜੈ ਫਲ ਨਾਮ ਦੀ ਦਵਾਈ। ਗੁਰੂ ਬਾਬਾ ਜੀ ਕਹਿਣ ਲੱਗੇ ਵੀ ਜਿਨ੍ਹਾਂ ਨੇ ਹੁਣ ਸਤਿਗੁਰਾਂ ਦੇ ਬਚਨਾਂ ਰੂਪੀ ਇਹੋ ਜਿਹੀ ਆ ਜਿਹੜੀ ਜੈ ਫਲ ਨਾਮ ਦੀ ਦਵਾਈ ਵਰਤੀ ਹੈ, ਮੋਹ ਸੰਨ ਕਰ ਨਾਸ਼। ਉਹਨਾਂ ਨੇ ਮੋਹ ਰੂਪੀ ਬੜੀ ਭਿਆਨਕ ਸੰਨਪਾਤ ਦੀ ਬਿਮਾਰੀ ਨੂੰ ਪਹਿਲਾਂ ਹੀ ਜੜੋਂ ਖਤਮ ਕਰ ਲਿਆ। ਮੋਦ ਕੰਠ ਧਰ ਕਹਿਤ ਭਾ। ਜਦੋਂ ਗੁਰੂ ਬਾਬਾ ਜੀ ਨੇ ਆਪਣੇ ਚਾਚਾ ਜੀ ਦੇ ਉੱਪਰ ਵੀ ਐਸੀ ਮੇਰਾ ਪਰੀ ਦ੍ਰਿਸ਼ਟੀ ਪਾ ਦਿੱਤੀ, ਉਸ ਸਮੇਂ ਦੋਵੇਂ ਹੱਥ ਜੋੜਦੇ ਆ ਬੇਨਤੀ ਕਰਨ ਲੱਗ ਪਏ ਬਾਬਾ ਲਾਲੋ ਜੀ। ਤਾਤ ਖੇਲ ਜਹ ਆਸ। ਕਹਿ ਲਗੇ ਪੁੱਤਰ ਮੈਂ ਵੀ ਤੈਨੂੰ ਕਦੇ ਰੋਕਦਾ ਨਹੀਂ, ਜਿੱਥੇ ਵੀ ਤੁਹਾਡੀ ਮੌਜ ਹੈ ਉਸ ਥਾਂ ਤੇ ਵਿਚਰ ਸਕਦੇ ਹੋ। ਚੌਪਈ ਸੁਨ ਸ਼੍ਰੀ ਅੰਗਦ ਧਾਰ ਉਮੰਗਾ। ਭਾਈ ਬਾਲਾ ਜੀ ਇਹ ਪਾਵਨ ਇਤਿਹਾਸ ਸੁਣਾਉਂਦੇ ਹੋਇਆ ਸਰੋਤਿਆਂ ਦੇ ਅੱਗੇ ਬੇਨਤੀ ਕਰਦੇ ਹਨ। ਮੁਝ ਮਰਦਾਨੇ ਕੋ ਲੀਏ ਸੰਗਾ। ਉਸ ਸਮੇਂ ਭਾਈ ਮਰਦਾਨਾ ਤੇ ਦੂਜੇ ਭਾਈ ਬਾਲਾ ਜੀ ਇਹ ਸਤਿਗੁਰੂ ਜੀ ਦੇ ਨਾਲ ਹਮੇਸ਼ਾ ਵਾਸਤੇ ਹਜ਼ੂਰੀ ਦੇ ਵਿੱਚ ਹੀ ਰਿਹਾ ਕਰਦੇ ਸਨ। ਮਿਲ ਸਭ ਸੋ ਕੀਨੋ ਪ੍ਰਸਥਾਨਾ। ਰਾਏ ਪੋਇੰਦੀ ਤਲਵੰਡੀ ਦੇ ਵਿੱਚ ਰਹਿਣ ਵਾਲੇ ਪ੍ਰੇਮੀਆਂ ਨੂੰ ਮਿਲ ਕੇ ਮਹਾਰਾਜ ਨੇ ਫਿਰ ਅੱਗੇ ਆਪਣਾ ਡੇਰਾ ਕੂਚ ਕਰਨ ਵਾਸਤੇ ਤਿਆਰੀ ਕਰ ਲਈ ਹੈ। ਜੀਤਨ ਦੰਭੀ ਜੇ ਅਗਿਆਨਾ। ਜਿਹੜੇ ਧਰਤੀ ਦੇ ਉੱਪਰ ਚਾਰੇ ਪਾਸੇ ਅਗਿਆਨੀ, ਮੂਰਖ, ਦੰਭੀ, ਪਖੰਡੀ, ਆਮ ਭੋਲੇ ਭਾਲੇ
ਲੋਕਾਂ ਨੂੰ ਲੁੱਟਣ ਵਾਲੇ ਉਹਨਾਂ ਨੂੰ ਜਿੱਤਣ ਵਾਸਤੇ ਮਹਾਰਾਜ ਨੇ ਆਪਣਾ ਕਮਰ ਕਸਾ ਕਰ ਲਿਆ। ਕਬਿਤ ਦਿਗ ਵਿਜੈ ਹੇਤ ਸਾਜ ਬੇਦੀ ਕੁਲ ਕੇਤ ਦਲ। ਬੇਦੀ ਕੁਲ ਦੇ ਸ਼੍ਰੋਮਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜੀ ਆ ਨਾ ਇਹ ਮੋਹ ਰੂਪੀ ਰਾਜੇ ਦੀ ਆਸਰੀ ਸੰਪਦਾ ਕਾਮ ਹੈ, ਕ੍ਰੋਧ ਹੈ, ਈਰਖਾ ਵਕੀਲੀ ਹੈ, ਦਵੈਸ਼ ਹੈ, ਸੜੇਮ ਹੈ, ਇਹਨੂੰ ਜਿੱਤਣ ਵਾਸਤੇ ਆਪਣੀ ਇੱਕ ਬਹੁਤ ਵੱਡੀ ਫੌਜ ਤਿਆਰ ਕਰ ਲਈ। ਚਲੇ ਦੰਭ ਦਲ ਬੇਕੋ ਦਲਨ ਬਿਦਾਰਿਆ। ਇਹੋ ਜੀ ਅਗਿਆਨ ਰੂਪੀ ਰਾਜੇ ਦੀ ਆਸਰੀ ਸੰਪਦਾ ਦਾ ਨਾਸ ਕਰਨ ਦੇ ਲਈ ਮਹਾਰਾਜ ਨੇ ਐਨ ਆਪਣੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਭਗਤ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰ। ਭਗਤ ਕੀ ਕੈਤ ਜਿਵੇਂ ਮੈਦਾਨੇ ਜੰਗ ਦੇ ਵਿੱਚ ਇੱਕ ਝੰਡਾ ਜਿਹਾ ਗੱਡਿਆ ਹੁੰਦਾ ਹੈ ਹੱਦਬੰਦੀ, ਇੱਧਰ ਕੀ ਹੈ ਭਗਤ ਕੀ ਕੈਤ ਪ੍ਰੇਮਾ ਭਗਤੀ ਦੀ ਝੰਡੀ ਬਹੁਤ ਵੱਡਾ ਮਹਾਰਾਜ ਨੇ ਮੈਦਾਨੇ ਜੰਗ ਦੇ ਵਿੱਚ ਭਗਤ ਕੀ ਕੈਤ ਉਹ ਝੰਡੀ ਸਾਹਮਣੇ ਲਹਿਰਾ ਦਿੱਤੀ ਹੈ। ਭਗਤ ਕੀ ਕੈਤ ਪਟ ਪ੍ਰੇਮ ਕੇ ਸਮੇਤ ਕਰ। ਪਟ ਪ੍ਰੇਮ ਕੇ ਸਮੇਤ ਕਰ। ਆ ਜਿਵੇਂ ਸਤਿਗੁਰਾਂ ਦੇ ਪਾਵਨ ਸਥਾਨਾਂ ਤੇ ਕਿਤਨੇ ਵੱਡੇ ਵੱਡੇ ਨਿਸ਼ਾਨ ਸਾਹਿਬ ਝੁਲ ਰਹੇ ਨੇ ਨਾ, ਇਹਨਾਂ ਦੇ ਆਲੇ ਦੁਆਲੇ ਬੜਾ ਸੋਹਣਾ ਮਹਿੰਗਾ ਵਸਤਰ ਵੀ ਲਪੇਟਿਆ ਹੁੰਦਾ ਹੈ। ਇਸੇ ਤਰ੍ਹਾਂ ਜੇ ਪ੍ਰੇਮਾ ਭਗਤੀ ਰੂਪੀ ਝੰਡੀ ਤੇ ਪ੍ਰੇਮ ਰੂਪੀ ਵਸਤਰੇ ਦੇ ਆਲੇ ਦੁਆਲੇ ਲਗਾਇਆ ਹੋਇਆ। ਕੀਰਤ ਨਿਸ਼ਾਨੋ ਕਹਿਰਾਨੋ ਘਨ ਭਾਰਿਆ। ਕੀਰਤ ਕਰਾਨੋ ਜੋ ਪਰਮਾਤਮਾ ਦਾ ਜਸ ਜ਼ੁਬਾਨ ਦੇ ਨਾਲ ਗਾਇਨ ਕਰਨਾ, ਸਮਝ ਲਓ ਵੀ ਇਹ ਮੈਦਾਨੇ ਜੰਗ ਦੇ ਵਿੱਚ ਵੱਡੇ ਵੱਡੇ ਢੋਲ ਨਗਾਰੇ ਵੱਜ ਰਹੇ ਹਨ। ਦੁਬਾਰਾ ਕਹਿਰਾਨੋ ਘਨ ਭਾਰਿਆ। ਜਿਵੇਂ ਹੁੰਦੇ ਨੇ ਸੌਣ ਭਾਦੋਂ ਦੇ ਬੱਦਲ, ਇਧਰ ਜੋ ਜਗਿਆਸੂ ਇਕੱਠੇ ਹੋ ਕੇ ਪ੍ਰਭੂ ਦੀ ਵਡਿਆਈ ਕਰਦੇ ਨੇ ਰਸਨਾ ਤੋਂ, ਸਮਝ ਲਓ ਇੱਕ ਮੈਦਾਨੇ ਜੰਗ ਦੇ ਵਿੱਚ ਸੂਰਮਿਆਂ ਦਾ ਉਤਸ਼ਾਹ, ਉਹਨਾਂ ਦੇ ਮਨ ਦੀ ਦਲੇਰੀ ਵਧਾਉਣ ਦੇ ਲਈ ਵੱਡੇ ਵੱਡੇ ਢੋਲ ਨਗਾਰਿਆਂ ਦੇ ਵੱਜਣ ਦੀ ਆਵਾਜ਼ ਆ ਰਹੀ ਹੈ। ਗਿਆਨ ਕੋ ਖੜਗ ਧਰ। ਗਿਆਨ ਕੋ ਖੜਗ ਧਰ ਜਿਹੜੇ ਨੇ ਐਸੇ ਸਤਿਗੁਰੂ ਜੀ ਦੇ ਜੋ ਦੇ ਸੂਰਮੇ, ਉਹਨਾਂ ਨੇ ਗਿਆਨ ਦੀ ਤਲਵਾਰ ਆਪਣੇ ਹੱਥ ਦੇ ਵਿੱਚ ਪਕੜ ਲਈ ਹੈ। ਜੁਗਤ ਕਮਾਨ ਕਰ। ਜੁਗਤ ਕਮਾਨ ਕਰ ਜੋ ਪ੍ਰਭੂ ਦੇ ਸਿਮਰਨ ਦੀਆਂ ਉਗਤੀਆਂ ਜੁਗਤੀਆਂ ਕਮਾਨ, ਇਹ ਬਹੁਤ ਵੱਡਾ ਭਾਰਾ ਧਨੁਸ਼ ਹੱਥ ਦੇ ਵਿੱਚ ਧਾਰਨ ਕੀਤਾ ਹੋਇਆ ਹੈ। ਨਾਨਾ ਦ੍ਰਿਸ਼ਟਾਂਤ ਲੀਨ। ਜੋ ਨਾਨਾ ਪ੍ਰਕਾਰ ਦੀਆਂ ਉਦਾਹਰਣਾਂ ਪ੍ਰਮਾਣ ਦੇਣੇ ਨੇ, ਸਮਝ ਲਓ ਇਹ ਉਹਨਾਂ ਨੇ ਕਈ ਤਰ੍ਹਾਂ ਦੇ ਜਿਹੜੇ ਲੈ ਕਰਕੇ ਤੀਰ ਆਪਣੇ ਅੰਤਸ਼ਕਾਰਨ ਰੂਪੀ ਪੱਥੇ ਦੇ ਵਿੱਚ ਭਰੇ ਹੋਏ ਹਨ। ਸ਼ਿਲੀ ਮੁਖ ਧਾਰਿਆ। ਸਿਲੇ ਮੁਖ ਧਾਰਿਆ, ਕਈ ਤਰ੍ਹਾਂ ਦੇ ਹੁੰਦੇ ਨੇ ਬਣੇ ਹੋਏ ਤੀਰ, ਮੋਟੇ ਵੀ ਪਤਲੇ ਵੀ ਪੰਜਿਆਂ ਵਰਗੇ। ਇਹ ਮਾਨੋ ਜੋ ਵੀ ਉਦਾਹਰਣਾ ਪ੍ਰਮਾਣ ਇਹ ਉਹਨਾਂ ਸਾਧੂ ਰੂਪੀ ਸੋ ਯੋਧਿਆ ਸੂਰਮਿਆਂ ਨੇ ਆਪਣੇ ਪਾਸ ਤੀਰ ਸਮਾਨ ਸਾਂਭ ਕੇ ਰੱਖੇ ਹੋਏ ਹਨ। ਜਹਾਂ ਡਿਡ ਕੋਟ ਤਹਾਂ ਕਰਾਮਾਤ ਤੋਪ ਸੰਗ। ਜਿੱਥੇ ਦਾ ਕੋਈ ਇਹੋ ਜਿਹਾ ਬਹੁਤ ਵੱਡਾ ਪੱਕਾ ਕਠੋਰ ਕਿਲਿਆ ਬਣਾ ਹੁੰਦਾ ਹੈ, ਉੱਥੇ ਫਿਰ ਗੁਰੂ ਬਾਬਾ ਜੀ ਇਹ ਕਰਾਮਾਤ ਰੂਪੀ ਤੋਪ ਦੇ ਨਾਲ ਉਹਨਾਂ ਨੂੰ ਢਹਿ ਢੇਰੀ ਕਰ ਦਿੰਦੇ ਸਨ। ਜਿਵੇਂ ਦਸਤਗੀਰ ਜਦੋਂ ਆਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਾਰਨ ਦੇ ਲਈ ਨਾ, ਕਹਿਣ ਲੱਗਿਆ ਪਕੜ ਲਓ ਆਪਣੇ ਹੱਥਾਂ ਦੇ ਵਿੱਚ ਵੱਡੇ ਵੱਡੇ ਰੋੜੇ ਢਾਂਢੀਮਾਂ। ਉਸ ਸਮੇਂ ਗੁਰੂ ਬਾਬਾ ਜੀ ਨੇ ਮਾੜਾ ਜਿਹਾ ਹੰਗਾਰਾ ਜਿਹੀ ਮਾਰਿਆ ਸੀ। ਗੁਰ ਬਾਰੇ ਕਾਲ
ਸਤਿ ਸ੍ਰੀ ਅਕਾਲ ਸਾਰੀ ਉੱਥੀ ਜੜ ਹੋ ਗਏ ਉਹਨਾਂ ਦੀਆਂ ਬਾਹਾਂ। ਜਿੱਥੇ ਵੀ ਚੱਕੀਆਂ ਹੋਈਆਂ ਸਨ, ਜਿੱਥੇ ਵੀ ਐਸਾ ਕੋਈ ਪੱਕਾ ਮਜ਼ਬੂਤ ਕਿਲ੍ਹਾ ਬਣਿਆ ਹੁੰਦਿਆ ਸੀ, ਉੱਥੇ ਫਿਰ ਉਹਨੂੰ ਗੁਰੂ ਬਾਬਾ ਜੀ ਨੇ ਕਰਾਮਾਤ ਰੂਪੀ ਤੋਪ ਦੇ ਵਿੱਚੋਂ ਚਲਾ ਕਰਕੇ ਗੋਲਾ ਫਤਿਹ ਕੀਤਾ ਹੈ। ਟਾਹੇ ਕੇ ਮੈਦਾਨ ਕੀਨ ਮਿਲੇ ਅਰ ਹਾਰਿਆ। ਅਰ ਹਾਰਿਆ ਬੇਹੋ ਜੇ ਭਲੇ ਕੰਧਾਰੀ ਵਰਗੇ ਹਾਰ ਕਰਕੇ ਉਹਨਾਂ ਨੇ ਫਿਰ ਗੁਰੂ ਬਾਬਾ ਜੀ ਦੇ ਆ ਕਰਕੇ ਚਰਨ ਪਕੜੇ ਸੀ ਨਾ, ਜਿਹੜਾ ਬੈਠਾ ਸੀ ਉੱਚੇ ਪਹਾੜ ਦੇ ਉੱਪਰ ਚੜ੍ਹ ਕੇ ਭਲੇ ਕੰਧਾਰੀ ਦੇ ਲਿਆ ਵੀ ਇੱਥੇ ਮੇਰਾ ਕੋਈ ਕਰਾਮਾਤ ਸ਼ਕਤੀ ਦਾ ਜ਼ੋਰ ਚੱਲਣਾ ਨਹੀਂ। ਹੁਣ ਗੁਰੂ ਬਾਬਾ ਜੀ ਕਰਾਮਾਤਾਂ ਸਾਥੀਆਂ ਦੇ ਸਮੁੰਦਰ, ਉਹਨਾਂ ਦੇ ਕੋਲ ਸਮਝ ਲਓ ਵੀ ਕਦੀ ਬੂੰਦ ਦੇ ਸਮਾਨ। ਇਹੋ ਜਿਹਾ ਗੁਰੂ ਬਾਬਾ ਜੀ ਨੇ ਪੱਥਰ ਦੇ ਨਾਲ ਆਪਣਾ ਲਗਾਇਆ ਨਾ ਪੰਜਾ, ਉਹਦਾ ਨਾਮ ਹੀ ਅੱਜ ਆਪਾਂ ਕੀ ਲੈਂਦੇ ਹਾਂ ਸਾਰੇ ਬੜੇ ਮਾਣ ਸਤਿਕਾਰ ਦੇ ਸਹਿਤ ਪੰਜਾ ਸਾਹਿਬ। ਉਹ ਤਾਂ ਉਸ ਸ਼ਹਿਰ ਦਾ ਨਾਮ ਹਸਨ ਅਬਦਾਲ ਪੈਂਦਾ ਹੈ, ਪਰ ਮਸ਼ਹੂਰੀ ਚਾਰੇ ਪਾਸੇ ਗੁਰੂ ਬਾਬਾ ਜੀ ਨੇ ਜਦੋਂ ਪੰਜਾ ਲਾਤਾ, ਪੰਜਾ ਸਾਹਿਬੀ ਕਹਿਣ ਲੱਗ ਪਏ ਹਨ। ਹਜ਼ਾਰਾਂ ਮਣ ਦਾ ਪੱਥਰ ਮਾੜਾ ਜਿਹਾ ਪੰਜਾ ਲਗਾ ਕੇ ਉੱਥੀ ਰੋਕਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨੇ ਤਾਂ ਰੋੜਿਆ ਸੀ ਵੀ ਇਹਦੇ ਥੱਲੇ ਮੈਂ ਦੇ ਕਰਕੇ ਇਹਨਾਂ ਨੂੰ ਮਾਰ ਦੇਣਾ ਹੈ। ਇਹੋ ਜਿਹੇ ਵੱਡੇ ਵੱਡੇ ਕਰਾਮਾਤੀ ਸ਼ਕਤੀਆਂ ਨੂੰ ਧਾਰਨ ਕਰਨ ਵਾਲੇ ਫਕੀਰ ਹਾਰ ਕਰਕੇ ਫਿਰ ਮਹਾਰਾਜ ਦੇ ਪਾਸ ਹਾਜ਼ਰ ਹੋਇਆ ਕਰਦੇ ਸਨ। ਕਬਿਤ ਸਤਨਾਮ ਸਿਮਰਨ ਪਹਿਰ ਸਨਾਹਾ ਤਨ। ਸਤਨਾਮ ਸਿਮਰਨ, ਜੋ ਵਾਹਿਗੁਰੂ ਦਾ ਨਾਮ ਜਪਣਾ ਨਾ ਸਦਾ ਵਾਸਤੇ, ਇਹ ਉਹਨਾਂ ਯੋਧਿਆਂ ਨੇ ਆਪਣੇ ਸਰੀਰਾਂ ਦੇ ਉੱਪਰ ਸਮਝ ਲਓ ਵੀ ਬਹੁਤ ਮੋਟੀਆਂ ਮੋਟੀਆਂ ਸਖਤ ਸੰਜੋਆਂ ਧਾਰਨ ਕੀਤੀਆਂ ਹੋਈਆਂ ਹਨ। ਕੋਟਕ ਤਰਕ ਤਰਵਾਰ ਨਾ ਕਟਤ ਹੈ। ਹੁਣ ਜਿਸ ਸਤਨਾਮ ਵਾਹਿਗੁਰੂ ਦੇ ਨਾਮ ਨੂੰ ਤਾਂ ਕਰੋੜਾਂ ਤਰਕਾਂ ਰੂਪੀ ਤਲਵਾਰਾਂ ਇਹੋ ਜਿਹੀ ਸੰਜੋਗ ਨੂੰ ਕਦੇ ਵੀ ਕੱਟ ਨਹੀਂ ਸਕਦੀਆਂ ਹਨ। ਨੀਵੋ ਮਨ ਰਾਖਨੋ ਅਗਾਰੀ ਹੈ ਸਿਪਰ ਦਿਡ। ਜਿਹੜੀ ਮਨ ਦੇ ਵਿੱਚ ਨਿਮਰਤਾ ਗਰੀਬੀ ਧਾਰਨ ਕਰਨੀ, ਇਹ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਤਲਵਾਰਾਂ ਤੀਰਾਂ ਨੂੰ ਰੋਕਣ ਦੇ ਲਈ ਬਹੁਤ ਵੱਡੀਆਂ ਵੱਡੀਆਂ ਢਾਲਾਂ ਪਕੜੀਆਂ ਹੋਈਆਂ ਨੇ। ਇੱਕ ਵਿਵੇਕ ਰੂਪੀ ਰਾਜੇ ਦੀ ਸੈਨਾ, ਦੋਵਾਂ ਦਾ ਭਾਈ ਸਾਹਿਬ ਜੀ ਨੇ ਮੁਕਾਬਲਾ ਕਰਕੇ ਦਿਖਾਇਆ। ਇੱਧਰ ਕੀ ਹੈ? ਸਤ ਹੈ, ਸੰਤੋਖ ਹੈ, ਦਇਆ ਹੈ, ਧਰਮ ਹੈ, ਰਹਿਮ ਹੈ, ਜੋ ਵੀ ਦੈਵੀ ਗੁਣ, ਦਾਨ ਹੈ, ਪੁੰਨ ਹੈ, ਨਾਮ ਹੈ, ਦਾਨ ਹੈ, ਇਸ਼ਨਾਨ ਹੈ। ਇਸ ਜਿਹੜੀ ਹੈ ਇਹ ਹੈ ਵਿਵੇਕ ਰੂਪੀ ਰਾਜੇ ਦੀ ਫੌਜ। ਦੂਸਰੀ ਸਾਈਡ 'ਤੇ ਜਿਹੜਾ ਅਗਿਆਨ ਰੂਪੀ ਕਹਿ ਲਓ ਮੋਹ ਰੂਪੀ ਰਾਜਾ, ਉਹਦੀ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰੇ ਗੁਰਦੇਵ ਆਸਾ ਤ੍ਰਿਸ਼ਨਾ ਦੁਬਦਾ ਈਰਖਾ ਦਵੈਸ਼। ਕਿਹਦੀ ਗਿਣਤੀ ਕੀਤੀ ਜਾਏ, ਗੁਰੂ ਬਾਬਾ ਜੀ ਨੇ ਆਪਣੇ ਪਾਸ ਇਹ ਵਿਵੇਕ ਰੂਪੀ ਰਾਜੇ ਦੀ ਸੈਨਾ ਲੈ ਕੇ ਅਗਿਆਨ ਰੂਪੀ ਰਾਜੇ ਦੀ ਫੌਜ ਨੂੰ ਜਿੱਤਣ ਵਾਸਤੇ ਹਮਲਾ ਕੀਤਾ ਹੋਇਆ ਹੈ। ਰੋਸ ਰੂਪ ਤੀਰ ਜਾਂ ਕੋ ਛੋਏ ਨਾ ਸਕਤ ਹੈ। ਹੁਣ ਜਿਨ੍ਹਾਂ ਨੇ ਹੱਥ ਦੇ ਵਿੱਚ ਵੱਡੀਆਂ ਵੱਡੀਆਂ ਫਾਲੀਆਂ ਨਾ ਢਾਲਾਂ, ਆ ਜਿਹੜੇ ਕਾਮ ਕ੍ਰੋਧ ਰੂਪੀ ਵੱਡੇ ਵੱਡੇ ਤੀਰ ਕਦੇ ਵੀ ਇਹਨਾਂ ਦੇ ਨੇੜੇ ਨਹੀਂ ਜਾ ਸਕਦੇ ਹਨ। ਕਰੁਣਾ ਕੀ ਰਥ ਉਪਕਾਰ ਕੇ ਤੁਰੰਗ ਜੋਰ। ਕਰਨਾ ਕੀ ਰਥ, ਜੋ ਮਨ ਦੇ ਵਿੱਚ ਤਰਸ ਹੈ, ਰਹਿਮ ਹੈ, ਇਹ ਰਥ ਹੈ। ਤੇ ਇਹਦੇ
ਦੁਬਾਰਾ ਉਪਕਾਰ ਕੇ ਤੁਰੰਗ ਜੋਰ। ਇਸ ਦੇ ਅੱਗੇ ਪਰਉਪਕਾਰ ਨੇਕੀ ਭਲਾਈ ਰੂਪੀ ਘੋੜੇ ਜੋੜੇ ਹੋਏ ਹਨ। ਸਤ ਕੀਨੋ ਸੂਤ। ਸਤ ਕੀਨੋ ਸੂਤ। ਸਤ ਕੀ ਹੈ? ਪਰਮਾਤਮਾ ਦੇ ਨਾਲ ਜੁੜਨਾ। ਇਹ ਉਸ ਨੂੰ ਹੱਕਣ ਵਾਲਾ ਰਥਵਾਨ ਹੈ। ਬ੍ਰਿਤ ਡੋਰਨ ਜਟਤ ਹੈ। ਔਰ ਜਿਹੜੀ ਬਿਰਤੀ ਪ੍ਰਭੂ ਦੇ ਨਾਮ ਦੇ ਨਾਲ ਜੋੜੀ ਹੈ, ਇਹ ਸਮਝ ਲਓ ਆਪਣੇ ਹੱਥਾਂ ਦੇ ਵਿੱਚ ਜਿਵੇਂ ਹੁੰਦੀਆਂ ਨੇ ਘੋੜਿਆਂ ਦੀਆਂ ਬਾਂਗਾਂ, ਡੋਰਾਂ ਹੱਥ ਦੇ ਵਿੱਚ ਪਕੜੀਆਂ ਹੋਈਆਂ ਹਨ। ਧੀਰਜ ਸੰਤੋਖ ਦਾਨ। ਧੀਰਜ ਹੈ, ਸੰਤੋਖ ਹੈ, ਦਾਨ, ਜੋ ਵੀ ਸ਼ੋਭ ਗੁਣ ਮਨ ਦੇ ਵਿੱਚ ਧਾਰਨ ਕੀਤੇ ਹੋਏ ਹਨ। ਆਦ ਜੇ ਵਿਗਿਆਨ ਜੋਧਾ ਚੜੇ ਮੋਹ ਜੀਤ ਵੇ। ਇਹ ਜੋਧੇ ਵਿਗਿਆਨ ਭਾਵ ਗਿਆਨ ਦੇ ਵਿੱਚ ਨਿਸ਼ਟਾ ਪ੍ਰਪੱਕਤਾ ਹੋ ਜਾਣੀ ਉਹਨੂੰ ਵਿਗਿਆਨ ਇਤਿਆਦਿਕ ਜਿਹੜੇ ਯੋਧੇ ਮਾਰੋ ਮਾਰ ਕਰਦੇ ਹੋਏ ਗੁਰੂ ਬਾਬਾ ਜੀ ਦੇ ਨਾਲ ਤੁਰੇ ਜਾ ਰਹੇ ਨੇ। ਮੋਹ ਰੂਪੀ ਰਾਜੇ ਦੀ ਸੈਨਾ ਨੂੰ ਜਿੱਤਣ ਦੇ ਲਈ। ਚੜੇ ਮੋਹ ਜੀਤ ਵੇ ਕੋ ਮਾਰ ਹੀ ਰਟਤ ਹੈ। ਮੋਹ ਰੂਪੀ ਰਾਜੇ ਨੂੰ ਜਿੱਤਣ ਵਾਸਤੇ ਮਾਰ ਲਓ, ਪਕੜ ਲਓ ਦੀਆਂ ਆਵਾਜ਼ਾਂ ਦਿੰਦੇ ਹੋਏ ਜਾ ਰਹੇ ਨੇ ਰਾਹ ਦੇ ਵਿੱਚ। ਦੋਹਰਾ ਸ਼ਰਧਾ ਸਮਤਾ ਸਮਤ ਧਰਮ। ਇੱਕ ਸ਼ਰਧ ਹੈ, ਸਮਤਾ ਸਮਦ੍ਰਿਸ਼ਟੀ ਔਰ ਸ਼ਰਧਾ ਸਮਤਾ ਸਮਤ ਧਰਮ। ਇੱਕ ਸ੍ਰੇਸ਼ਟ ਮਤ ਔਰ ਮਾੜੇ ਕਰਮਾਂ ਤੋਂ ਮਨ ਦੇ ਵਿੱਚ ਲੱਜਿਆ ਪ੍ਰੇਮ ਭਾਵ ਜੋ ਵੀ ਹੈ ਸ਼ੁਭ ਗੁਣ ਮੰਨੇ ਜਾਂਦੇ ਹਨ। ਭਾਉ ਭਲੇ ਇਸ਼ਨਾਨ। ਔਰ ਹਰੇਕ ਦਾ ਭਲਾ ਕਰਨਾ, ਇਸ਼ਨਾਨ ਜੋ ਵੀ ਗੁਰਸਿੱਖ ਕਰਦੇ ਹੀ ਨੇ ਰੋਜ਼ ਦੀ ਰੋਜ਼ ਅੰਮ੍ਰਿਤ ਵੇਲੇ ਜਾ ਕਰਕੇ। ਇਤਿਆਦਿਕ ਦਲ ਲੈ ਗੁਰੂ। ਇਹੋ ਜਿਹਾ ਜੋ ਬਹੁਤ ਵੱਡਾ ਦਲ ਸ਼ੁਭ ਗੁਣਾਂ ਦਾ ਗੁਰੂ ਬਾਬਾ ਜੀ ਨੇ ਆਪਣੇ ਨਾਲ ਇਕੱਠਾ ਕੀਤਾ ਹੋਇਆ ਹੈ। ਕਰਤ ਭਏ ਪ੍ਰਸਥਾਨ। ਮੋਹ ਰੂਪੀ ਰਾਜੇ ਦੀ ਸੈਨਾ ਨੂੰ ਜਿੱਤਣ ਦੇ ਲਈ ਮਹਾਰਾਜ ਨੇ ਫਿਰ ਇਹਨਾਂ ਦੇ ਉੱਪਰ ਉਸ ਸਮੇਂ ਆਪ ਚੜ੍ਹਾਈ ਕਰ ਦਿੱਤੀ ਹੈ। ਦੋਹਰਾ ਪੂਰਨ ਦੇਖਿਓ ਆਤਮਾ। ਅਗਲਾ ਅਧਿਆਇ ਆਰੰਭ ਕਰਦੇ ਹੋਇਆ ਕਵੀ ਜੀ ਨੇ ਐਸੇ ਬ੍ਰਹਮੇ ਤੇ ਨਾਮ ਰਸੀਏ ਰਾਜਾ ਜੋਗੀ ਮਹਾਂਪੁਰਖਾਂ ਦਾ ਆਪਣੇ ਵੱਲੋਂ ਮੰਗਲ ਕੀਤਾ। ਪੂਰਨ ਦੇਖਿਓ ਆਤਮਾ, ਜਿਨ੍ਹਾਂ ਨੇ ਚਾਰੇ ਪਾਸੇ ਜ਼ਰੇ ਜ਼ਰੇ ਦੇ ਵਿੱਚ ਇੱਕ ਆਤਮਾ ਨੂੰ ਹੀ ਸਦਾ ਵਾਸਤੇ ਪਰਿਪੂਰਨ ਐਨ ਜਿਵੇਂ ਹੱਥ ਤੇ ਪਿਆ ਔੜਾ ਨਾ ਉਹਨੂੰ ਕੋਈ ਦੇਖਣ ਵਾਸਤੇ ਜ਼ਿਆਦਾ ਖੇਚਲ ਨਹੀਂ ਕਰਨੀ ਪੈਂਦੀ। ਜੇ ਹੱਥ ਤੇ ਪਿਆ ਔੜਾ ਸਾਹਮਣੇ, ਇਸੇ ਤਰ੍ਹਾਂ ਪੂਰਨ ਦੇਖਿਓ ਆਤਮਾ, ਜਿਨ੍ਹਾਂ ਨੇ ਇਹੋ ਆਤਮਾ ਨੂੰ ਸਾਹਮਣੇ ਹੀ ਪਰਿਪੂਰਨ ਚਾਰੇ ਪਾਸੇ ਰਮਿਆ ਹੋਇਆ ਦੇਖ ਲਿਆ ਹੈ। ਦਵੈਤ ਹੈ ਸਰਬ ਨਿਵਾਰ। ਉਹਨਾਂ ਦੀ ਦਪੈਤ ਈਰਖਾ ਵਗੈਲੀ ਸਾਰੀ ਮਨ ਦੇ ਵਿੱਚੋਂ ਖਤਮ ਹੋ ਜਾਂਦੀ ਹੈ ਸਦਾ ਵਾਸਤੇ। ਭਏ ਸ਼ਾਂਤ ਮਨ ਸੰਤ ਜੀ। ਇਹੋ ਜਿਹੇ ਜਿਹੜੇ ਰੱਬ ਦੇ ਫਕੀਰ ਸਾਧੂ ਮਹਾਤਮਾ, ਉਹਨਾਂ ਦੇ ਤਾਂ ਮਨ ਹੀ ਸਦਾ ਵਾਸਤੇ ਬਰਫ਼ ਦੇ ਸਮਾਨ ਠੰਡੇ ਠਾਰ ਹੋ ਜਾਂਦੇ ਹਨ। ਤਿੰਨ ਪਦ ਨਮੋ ਹਮਾਰ। ਭਾਈ ਸਾਹਿਬ ਜੀ ਕਹਿੰਦੇ ਨੇ ਵੀ ਉਹਨਾਂ ਮਹਾਂਪੁਰਖਾਂ ਦੇ ਰੱਬ ਦੇ ਪਿਆਰਿਆਂ ਤੇ ਚਰਨਾਂ ਤੇ ਤਿੰਨ ਪਦ ਨਮੋ ਹਮਾਰ, ਮੈਂ ਵੀ ਬਾਰ-ਬਾਰ ਸਦਾ ਵਾਸਤੇ ਆਪਣੇ ਵੱਲੋਂ ਮੱਥਾ ਟੇਕਦਾ ਰਹਿਣਾ ਵੀ ਹੋ ਜੇ ਜਿਹੜੇ ਨਾਮ ਰਸੀਏ ਸ਼ਾਂਤ ਆਤਮਾ ਰੱਬ ਦੇ ਪਿਆਰੇ ਮਹਾਂਪੁਰਖ ਹਨ। ਸ਼੍ਰੀ ਬਾਲਾ ਸੰਦੁਰਵਾਚ ਚੌਪਈ। ਭਾਈ ਬਾਲਾ ਜੀ ਇਹ ਸਾਰੀ ਕਥਾ ਖੰਡੂਰ ਸਾਹਿਬ ਦੀ ਪਾਵਨ ਧਰਤੀ ਤੇ ਸੁਣਾਉਂਦਿਆਂ ਹੋਇਆ ਗੁਰਸਿੱਖਾਂ ਦੇ ਅੱਗੇ ਆਪਣੇ ਵੱਲੋਂ ਬੇਨਤੀ ਕਰਦੇ ਨੇ। ਹਿਤ ਤੀਰਥ ਕੇ ਕੀਨ ਉਦਾਸੀ। ਉਸ ਸਮੇਂ ਗੁਰੂ ਬਾਬਾ ਜੀ ਨੇ ਦੂਜੀ ਜਿਹੜੀ ਆਪਣੀ ਉਦਾਸੀ ਤੀਰਥਾਂ ਦੀ ਯਾਤਰਾ ਕਰਨ ਵਾਸਤੇ ਆਰੰਭ ਕੀਤੀ ਹੈ।
ਕਰਨ ਨਿਹਾਲ ਨਰਨ ਸੁਖ ਰਾਸੀ। ਗੁਰੂ ਬਾਬਾ ਜੀ ਨੇ ਸੁੱਖਾਂ ਦੀ ਖਾਨ, ਜੋ ਵੀ ਵੱਡੇ ਵੱਡੇ ਦੰਭ, ਪਾਖੰਡ, ਕਰਮ ਕਾਂਡ, ਇਹਨਾਂ ਤੀਰਥਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਚਾਰੇ ਪਾਸੇ ਵੱਧ ਚੁੱਕੇ ਸਨ। ਤੀਰਥ ਜਾਓ ਤਾਂ ਹੋ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਤੇ ਜਿਹੜੇ ਸੀ ਇਹਨਾਂ ਤੀਰਥਾਂ ਦੀ ਯਾਤਰਾ ਕਰਨ ਵਾਲੇ ਮੁਸਾਫਰ, ਉਹਨਾਂ ਦੇ ਹਿਰਦਿਆਂ ਦੇ ਵਿੱਚ ਵੀ ਬੜੀ ਪਾਪਾਂ ਦੀ ਮੈਲ ਕਚੈਲ ਭਰ ਚੁੱਕੀ ਹੈ। ਪ੍ਰਥਮੈ ਕੁਰਖੇਤਰ ਮਹਿ ਆਈ। ਹੁਣ ਸਤਿਗੁਰੂ ਜੀ ਕਲਯੁਗੀ ਜੀਵਾਂ ਦਾ ਉਧਾਰ ਕਰਦੇ ਆ ਕੁਰੂਕਸ਼ੇਤਰ ਦਾ ਜਿਹੜਾ ਬਹੁਤ ਵੱਡਾ ਹੈ ਮਹਾਨ ਤੀਰਥ ਸਨਾਤਨ ਮਤ ਦੇ ਵਿੱਚ ਮੰਨਿਆ ਗਿਆ ਹੈ। ਚਲਦਿਆਂ ਜਦੋਂ ਇਸ ਕੁਰੂਕਸ਼ੇਤਰ ਦੀ ਧਰਤੀ ਤੇ ਪਹੁੰਚ ਗਏ ਹਨ, ਵੈਸੇ ਏਕ ਥਾਨ ਮਨ ਭਾਈ। ਹੁਣ ਸਤਿਗੁਰੂ ਜੀ ਇਹਨਾਂ ਨੂੰ ਉਪਦੇਸ਼ ਬਖਸ਼ਣ ਦੇ ਲਈ ਕੋਈ ਨਾ ਕੋਈ ਐਸਾ ਕੌਤਕ ਰਚਣਾ ਚਾਹੁੰਦੇ ਨੇ ਵੀ ਸਾਰਿਆਂ ਦਾ ਖਿਆਲ ਜਿਵੇਂ ਮਹਾਰਾਜ ਦੇ ਵੱਲ ਖਿੱਚਿਆ ਜਾਏ। ਇੱਕ ਇਕਾਂਜੀ ਜਗ੍ਹਾ ਤੇ ਜਾ ਕਰਕੇ ਮਹਾਰਾਜ ਨੇ ਆਪਣੇ ਡੇਰੇ ਲਗਾਤੇ। ਸੂਰਜ ਪਰਬ ਹੁਤੋ ਤਿਹ ਕਾਲਾ। ਹੁਣ ਜਿਹੜਾ ਸੂਰਜ ਗ੍ਰਹਿਣ ਦਾ ਮੇਲਾ, ਇਹ ਵੀ ਕੁਰੂਕਸ਼ੇਤਰ ਦੀ ਧਰਤੀ ਦੇ ਉੱਪਰ ਬਹੁਤ ਹੀ ਜ਼ਿਆਦਾ ਭਰਿਆ ਕਰਦਾ ਸੀ। ਜਦੋਂ ਲੱਗ ਜਾਣਾ ਪਤਾ ਸਨਾਤਨ ਖਿਆਲੀਆਂ ਨੂੰ ਵੀ ਫਲਾਣੇ ਦਿਨ ਸੂਰਜ ਗ੍ਰਹਿਣ ਦਾ ਜਿਹੜਾ ਮੇਲਾ ਭਰਨਾ ਹੈ ਕੁਰੂਕਸ਼ੇਤਰ ਦੇ ਵਿੱਚ, ਉਸੇ ਟਾਈਮ ਤੇ ਹੀ ਹਿੰਦੁਸਤਾਨ ਦੇ ਕੋਨੇ 'ਚੋਂ ਪਤਾ ਨਹੀਂ ਕਿਤਨੇ ਜਿਹੜੇ ਮਨੁੱਖ ਇਸ ਧਰਤੀ ਦੇ ਉੱਪਰ ਦਰਸ਼ਨ ਕਰਨ ਦੇ ਲਈ ਆਪੋ ਆਪਣੇ ਘਰਾਂ ਤੋਂ ਚੱਲ ਪੈਂਦੇ ਸਨ। ਮੇਲਾ ਇਕਠੋ ਭਇਓ ਵਿਸਾਲਾ। ਹੁਣ ਜਦੋਂ ਸੂਰਜ ਗ੍ਰਹਿਣ ਦਾ ਆ ਗਿਆ ਟਾਈਮ, ਇਸ ਸਥਾਨ ਤੇ ਚਾਰੇ ਪਾਸੇ ਲੋਕਾਂ ਦਾ ਬਹੁਤ ਜ਼ਿਆਦਾ ਜਿਹੜਾ ਇਕੱਠ ਵੱਧ ਚੁੱਕੇ ਹੈ। ਦਵਿਜ ਆਦਿਕ ਜੇ ਚਾਰੋਂ ਵਰਨੇ। ਹੁਣ ਚਾਰ ਵਰਨ ਬ੍ਰਾਹਮਣ, ਖੱਤਰੀ, ਸੋਧ, ਵੈਸ, ਇਹ ਚਾਰੇ ਆਸ਼ਰਮ, ਗ੍ਰਸਥ ਆਸ਼ਰਮ ਹੈ, ਬਾਨਪ੍ਰਸਥ ਹੈ, ਬ੍ਰਹਮਚਰਜ ਹੈ ਔਰ ਸੰਨਿਆਸ ਹੈ। ਚਾਰੇ ਜੋ ਵਰਨਾਂ ਨੂੰ ਧਾਰਨ ਕਰਨ ਵਾਲੇ ਲੋਕ ਉਹ ਵੀ ਪਹੁੰਚਣੇ ਸ਼ੁਰੂ ਹੋ ਗਏ ਹਨ। ਆਵਤ ਭੇ ਹਿਤ ਮੱਜਨ ਕਰਨੇ। ਸੂਰਜ ਗ੍ਰਹਿਣ ਦੇ ਟਾਈਮ ਤੇ ਸਾਰੇ ਇੱਥੇ ਇਸ਼ਨਾਨ ਕਰਨ ਵਾਸਤੇ ਪਹੁੰਚਣੇ ਸ਼ੁਰੂ ਹੋ ਗਏ ਨੇ ਚਾਰੇ ਪਾਸਿਆਂ ਤੋਂ। ਆਸ਼ਰਮ ਹੈ ਗ੍ਰਸਤਾਦਿਕ ਜੇਊ। ਹੁਣ ਜਿਹੜੇ ਚਾਰ ਆਸ਼ਰਮ ਮੰਨੇ ਜਾਂਦੇ ਹਨ ਸਨਾਤਨ ਮਤ ਦੇ ਵਿੱਚ, ਪਹਿਲਾ ਬ੍ਰਹਮਚਰਜ, ਫਿਰ ਗ੍ਰਸਥ ਹੈ, ਬਾਨਪ੍ਰਸਥ, ਚੌਥਾ ਸੰਨਿਆਸ। ਕੋਈ ਵੀ ਹੈ ਜਿਹੜੇ ਵੀ ਸਨਾਤਨ ਮਤ ਦੇ ਵਿੱਚ ਪੈਦਾ ਹੋਣ ਵਾਲੇ, ਪਤਾ ਨਹੀਂ ਕਿਤਨੀ ਦੁਨੀਆ ਚਾਰੇ ਪਾਸਿਆਂ ਤੋਂ ਰਸਤਿਆਂ ਦੇ ਰਸਤੇ ਪਰੇ ਆ ਰਹੇ ਹਨ ਮੁਸਾਫਰ ਲੋਕਾਂ ਦੇ। ਆਵਤ ਭੇ ਚਾਰੋਂ ਮਿਲਤੇ ਊ। ਹੁਣ ਹਿੰਦੁਸਤਾਨ ਦੀਆਂ ਚਾਰੀਆਂ ਦਿਸ਼ਾ ਚੋਂ ਬੜੀ ਦੂਰੋਂ ਲੋਕੀ ਇਸ਼ਨਾਨ ਕਰਨ ਦੇ ਲਈ ਇਸ ਥਾਂ ਤੇ ਪਹੁੰਚਣੇ ਆਰੰਭ ਹੋ ਗਏ ਹਨ। ਖਟ ਦਰਸ਼ਨ ਤੇ ਆਦ ਜੇ ਔਰਾ। ਆ ਜਿਹੜੇ ਨੇ 6 ਭੇਖਾਂ ਨੂੰ ਧਾਰਨ ਕਰਨ ਵਾਲੇ ਸਾਧੂ ਮਹਾਤਮਾ, ਨਿਰਮਲੇ, ਉਦਾਸੀ, ਨਾਂਗੇ, ਦਿਗੰਬਰ, ਸਰੇਵੜੇ, ਇਹ ਜਿਹੜੇ 6 ਭੇਖ ਮੰਨੇ ਜਾਂਦੇ ਹਨ। ਪੁਰਬ ਕਰਨ ਆਏ ਤੇ ਠੌਰਾ। ਹੁਣ ਸੂਰਜ ਗ੍ਰਹਿਣ ਦੇ ਟਾਈਮ ਤੇ ਇਹ ਵੀ ਹੁਣ ਇਸ਼ਨਾਨ ਕਰਨ ਦਾ ਬਹੁਤ ਵੱਡਾ ਮਹਾਤਮ ਮਨ ਦੇ ਵਿੱਚ ਜਾਣਦੇ ਹਨ। ਸ਼੍ਰੀ ਨਾਨਕ ਠਾਨੀ ਮਨ ਐਸੇ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਵੀ ਇਸ ਤੀਰਥ ਤੇ ਆ ਕੇ ਸੋਚਣ ਲੱਗ ਪਏ ਹਨ। ਇਨ ਸੋ ਚਰਚਾ ਕਰੀਏ ਕੈਸੇ। ਵੀ ਹੁਣ ਇਹਨਾਂ ਸਾਧੂਆਂ ਮਹਾਤਮਾ
ਵਿਦਵਾਨਾਂ ਦੇ ਨਾਲ ਗਿਆਨ ਚਰਚਾ ਕਿਹੜੇ ਢੰਗ ਤਰੀਕੇ ਦੁਆਰਾ ਕੀਤੀ ਜਾਏ। ਪੰਡਤ ਵੱਡੇ ਹਿਰਦੇ ਜਿਨ ਗਰਬਾ। ਹੁਣ ਜਿਹੜੇ ਨੇ ਬ੍ਰਾਹਮਣ ਸੰਸਕ੍ਰਿਤ ਵਿਦਿਆ ਪੜ੍ਹੇ ਹੋਏ, ਉਹਨਾਂ ਦੇ ਮਨ ਦੇ ਵਿੱਚ ਆਪਣੀ ਜਾਤੀ ਦਾ ਤੇ ਵਿਦਿਆ ਦਾ ਬਹੁਤ ਜ਼ਿਆਦਾ ਹੰਕਾਰ ਭਰਿਆ ਹੋਇਆ ਹੈ। ਮਾਨੀ ਸੰਨਿਆਸੀ ਜੇ ਸਰਬਾ। ਹੁਣ ਜਿਹੜੇ ਸਮਾਜ ਦੇ ਵਿੱਚ ਬੜੇ ਸਤਿਕਾਰਯੋਗ, ਚਾਹੇ ਕੋਈ ਸੰਨਿਆਸੀ ਹੈ, ਨਿਰਮਲ ਹੈ, ਉਦਾਸੀ ਹੈ, ਇਹਨਾਂ ਦਾ ਦੁਨੀਆ ਦੇ ਵਿੱਚ ਬੜਾ ਮਾਣ ਸਤਿਕਾਰ ਹੋਇਆ ਕਰਦਾ ਸੀ। ਇੱਕ ਸਥਾਨ ਮਹਿ ਕੀਨੋ ਆਸਨ। ਗੁਰੂ ਬਾਬਾ ਜੀ ਨੇ ਜਿੱਥੇ ਅੱਜ ਕੱਲ੍ਹ ਸਤਿਗੁਰੂ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਸ਼ਸ਼ੋਭਤ ਹੈ, ਕਈ ਇਸ ਥਾਂ 'ਤੇ ਮਹਾਰਾਜ ਦੇ ਅਸਥਾਨ ਬਣੇ ਹੋਏ ਹਨ। ਛੇਵੇਂ ਪਾਤਸ਼ਾਹ ਨੇ ਵੀ ਇੱਥੇ ਆਪਣੇ ਮੁਬਾਰਕ ਚਰਨ ਪਾਏ। ਇਸੇ ਤਰ੍ਹਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਵੀ ਬੜਾ ਸੁੰਦਰ ਸਥਾਨ ਹੈ। ਪਰ ਸਾਰਿਆਂ ਨਾਲੋਂ ਵੱਡਾ ਅਸਥਾਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਇਸ ਧਰਤੀ ਦੇ ਉੱਪਰ ਹੁਣ ਤੱਕ ਉਸੇ ਤਰ੍ਹਾਂ ਸ਼ਸ਼ੋਭਤ ਹੈ। ਉੱਥੇ ਸੰਗਤਾਂ ਦੇ ਲਈ ਰਹਿਣ ਸਹਿਣ ਔਰ ਗੁਰੂ ਕੇ ਲੰਗਰ ਦਾ ਵੀ ਬੜਾ ਪ੍ਰਬੰਧ ਹੁਣ ਤੱਕ ਉਸੇ ਤਰ੍ਹਾਂ ਚੱਲ ਰਿਹਾ ਹੈ। ਕਈ ਜਿਹੜੇ ਸਥਾਨ ਇਸ ਥਾਂ 'ਤੇ ਬਣੇ ਹੋਏ ਹਨ। ਬੈਸ ਰਹੇ ਮਦ ਦੰਭ ਵਿਨਾਸ਼ਨ। ਹੁਣ ਇਹਨਾਂ ਵਿਦਵਾਨਾਂ, ਪੰਡਤਾਂ ਔਰ ਸੰਨਿਆਸੀਆਂ ਦਾ, ਨਿਰਮਲਿਆਂ ਦੇ ਮਨ ਦਾ ਜਿਹੜਾ ਮਾਨ ਹੰਕਾਰ ਦੂਰ ਕਰਨ ਦੇ ਲਈ ਮਹਾਰਾਜ ਨੇ ਇੱਕ ਪਾਸੇ ਆਪਣਾ ਡੇਰਾ ਲਗਾ ਲਿਆ। ਮਰਦਾਨਾ ਤਬ ਗਾਵਨ ਲਾਗਾ। ਉਸ ਸਮੇਂ ਭਾਈ ਮਰਦਾਨਾ ਜੀ ਨੂੰ ਗੁਰੂ ਬਾਬਾ ਜੀ ਨੇ ਰੱਬੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਨ ਦੇ ਲਈ ਆਗਿਆ ਕਰਤੀ। ਮਧੁਰ ਰਾਗ ਸੋ ਉਰ ਅਨੁਰਾਗਾ। ਇਹੋ ਜੀ ਮਿੱਠੀ ਧੁਨੀ ਦੇ ਨਾਲ ਜਦੋਂ ਭਾਈ ਮਰਦਾਨਾ ਜੀ ਨੇ ਵਜਾਇਆ ਰਬਾਬ, ਦੇ ਕਰਕੇ ਸਾਰਿਆਂ ਦੇ ਮਨ ਦੇ ਵਿੱਚ ਬੜੀ ਹੈਰਾਨਗੀ ਪੈਦਾ ਹੋਣ ਲੱਗ ਪਈ ਹੈ। ਤੇਹ ਛਿਨ ਇੱਕ ਰਾਨੀ ਸੁਤ ਲੀਨੇ। ਉਸ ਸਮੇਂ ਅਚਾਨਕ ਹੀ ਇੱਕ ਰਾਣੀ ਆਪਣੇ ਸਾਹਿਬਜ਼ਾਦੇ ਨੂੰ ਲੈ ਕਰਕੇ ਨਾਲ ਗੁਰੂ ਬਾਬਾ ਜੀ ਦੇ ਚਰਨਾਂ 'ਚ ਹਾਜ਼ਰ ਹੋ ਗਈ ਹੈ। ਆਈ ਨਿਕਟ ਬੰਦਨਾ ਕੀਨੇ। ਹੁਣ ਦੋਵੇਂ ਮਾਂ ਔਰ ਪੁੱਤ ਨੇ ਸਤਿਗੁਰੂ ਜੀ ਦੇ ਚਰਨਾਂ ਦੇ ਉੱਪਰ ਮੱਥਾ ਟੇਕਿਆ। ਤੇਹ ਕੇ ਛਤਰ ਪ੍ਰਬਲ ਬਹੁ ਵਾਡੇ। ਤਵਾਰੀਕ ਗੁਰੂ ਖਾਲਸਾ ਦੇ ਕਰਤਾ ਨੇ ਇਸ ਨੂੰ ਜਿਹੜਾ ਸੀ ਹੰਸੀ ਦਾ ਰਾਜਾ ਗਿਓਧਾ ਸਾਹਿਬਜ਼ਾਦਾ ਅੰਮ੍ਰਿਤ ਰਾਏ ਮੰਨਿਆ ਵੀ ਇਹ ਦੋਵੇਂ ਮਾਂ ਪੁੱਤ ਆਪਣੇ ਬੈਰੀਆ ਦੁਸ਼ਮਣਾਂ ਤੋਂ ਖਾ ਕਰਕੇ ਨਾ ਹਾਰ ਚਲਦਿਆਂ ਚਲਦਿਆਂ ਇਹ ਇਸ ਕੁਰੂਕਸ਼ੇਤਰ ਦੀ ਪਾਵਨ ਧਰਤੀ ਤੇ ਪਹੁੰਚ ਗਏ ਸਨ। ਦੇਸ਼ ਖੋਸ ਸੇ ਪੁਰਤੇ ਕਾਢੇ। ਹੁਣ ਜਦੋਂ ਇਹਨਾਂ ਦੇ ਬੈਰੀਆਂ ਦੁਸ਼ਮਣਾਂ ਨੇ ਇਲਾਕੇ ਦੇ ਕਰ ਲਿਆ ਕਬਜ਼ਾ, ਜਦੋਂ ਕਬਜ਼ਾ ਹੋ ਗਿਆ ਹੁਣ ਦੂਜੇ ਨੂੰ ਕਿਹੜਾ ਉੱਥੇ ਰਹਿਣ ਦਿੰਦਾ ਹੈ। ਸਾਰਾ ਜਿਹੜਾ ਰਾਜ ਪਾਗ ਖੋਹ ਕਰਕੇ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਈ ਹੈ। ਭਈ ਦੀਨ ਭਿਖ ਸੰਤ ਕਿਰਪਾਲਾ। ਹੁਣ ਜਦੋਂ ਰਾਣੀ ਆਪਣੇ ਸਾਹਿਬਜ਼ਾਦੇ ਦੇ ਸਮੇਤ ਚੱਲ ਕਰਕੇ ਗੁਰੂ ਬਾਬਾ ਜੀ ਦੇ ਪਾਸ ਪਹੁੰਚ ਗਈ, ਇਹਨਾਂ ਦੇ ਕੋਲ ਨਾ ਕੋਈ ਮਾਇਆ ਹੈ ਨਾ ਕੋਈ ਕੱਪੜਾ ਵੀ ਜਾ ਕੇ ਆਪਾਂ ਮਹਾਂਪੁਰਖਾਂ ਦੇ ਚਰਨਾਂ 'ਚ ਭੇਟਾ ਕੀ ਕਰਾਂਗੇ। ਸੋਚਿਆ ਵੀ ਇਹ ਰੱਬ ਦੇ ਫਕੀਰ ਸਾਧੂ ਮਹਾਤਮਾ ਬੈਠੇ ਨੇ, ਜਾ ਕਰਕੇ ਆਪਾਂ ਇਹਨਾਂ ਦੇ ਪਾਸ ਬੇਨਤੀ ਕਰ ਲੈਂਦੇ ਹਾਂ। ਕੋਈ ਪਤਾ ਨਹੀਂ ਆਪਣੀ ਜਿਹੜੀ ਮੱਥੇ ਦੀ ਰੇਖਾ ਹੈ ਉਹਦੇ ਵਿੱਚ ਮੇਖ ਵੀ ਮਾਰ ਸਕਦੇ ਹਨ। ਐਸੇ ਕਾਮਲ ਫਕੀਰਾਂ ਦੀ ਜੇ ਕਿਤੇ ਰਹਿਮਤ ਕਿਰਪਾ ਹੋ ਗਈ ਨਾ, ਫਿਰ ਤਾਂ ਉਹ ਪੁਸ਼ਟਬਾਦ ਤੇ ਪਈ ਸਿੱਧਰੀ
दूत दुष्ट सजनई अंधकार में रतन प्रगास्यो मलीन बुध शनई जो किरपा गोविंद भाई कोई पता नहीं साढ़े मत्थे दियां ਜਿਹੜੀਆਂ ਤਕਦੀਰਾਂ ਇਹ ਬਦਲ ਵੀ ਸਕਦੇ ਹਨ ਜਦੋਂ ਰਾਣੀ ਤੇ ਉਹਦੇ ਸਹਿਜਾਦੇ ਨੇ ਦੂਰੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕੀਤਾ ਦਰਸ਼ਨ ਇਹੋ ਜਿਹੀਆਂ ਵਿਚਾਰਾਂ ਉਹਨਾਂ ਦੇ ਮਨ ਦੇ ਵਿੱਚ ਆਪਣੇ ਆਪ ਹੀ ਪੈਦਾ ਹੋਣ ਲੱਗ ਪਈਆਂ ਹੋਣ ਜਿਸ ਪ੍ਰਕਾਰ ਇਹਨਾਂ ਨੇ ਵੀ ਮਹਾਰਾਜ ਦੇ ਅੱਗੇ ਆ ਕੇ ਬੇਨਤੀ ਕਰਨੀ ਹੈ ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜਭਾਗੇ ਗੁਰਸਿੱਖਾਂ ਤਾਈ ਨੇ ਹਾਲ ਕਰ ਰਹੇ ਨੇ। ਭਈ ਦੀਨ ਭਿਖ ਸੰਤ ਕਿਰਪਾਲਾ ਆਨ ਬੇਨਤੀ ਕੀਨ ਵਿਸਾਲਾ। ਭਈ ਦੀਨ ਭਿਖ ਸੰਤ ਕਿਰਪਾਲਾ ਆਨ ਬੇਨਤੀ ਕੀਨ ਵਿਸਾਲਾ। हे चौथे पार ब्रह्म अविनाशी ਅਗਨਾਸ हे